ਮੈਂ ਹਾਂ ਡਾਕਟਰ ਦਰਸ਼ਨਜੋਤ ਕੌਰ ਮੋਹਾਲੀ ਤੋਂ। ਆਪ ਸਭ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਅੱਜ ਦੇ ਦਿਨ 8 ਮਾਰਚ 2024 ਨੂੰ ਮੈਂ ਆਪ ਸਭ ਨੂੰ ਅੰਤਰਰਾਸ਼ਟਰੀ ਔਰਤ ਦਿਵਸ ਦੀ ਵਧਾਈ ਦਿੰਦੀ ਹਾਂ। ਵਧਾਈ ਦਿੰਦਿਆਂ ਹੋਇਆਂ ਇਹ ਕਹਿਣਾ ਚਾਹੁੰਦੀ ਹਾਂ ਕਿ ਸਮੁੱਚੇ ਸੰਸਾਰ ਲਈ ਸਾਲ ਦਾ ਇੱਕ ਦਿਨ ਹੀ ਔਰਤ ਦਿਵਸ ਹੈ, ਜਿਸ ਦਿਨ ਔਰਤ ਨੂੰ ਸਨਮਾਨ ਦਿੱਤਾ ਜਾਂਦਾ ਹੈ ਅਤੇ ਸੁਚੇਤ ਕੀਤਾ ਜਾਂਦਾ ਹੈ। ਪਰ ਗੁਰੂ ਨਾਨਕ ਦੇ ਨਿਰਮਲ ਪੰਥ ਵਿੱਚ ਸਾਲ ਦਾ ਹਰ ਦਿਨ ਹੀ ਔਰਤ ਦਿਵਸ ਹੈ। ਹਰ ਦਿਨ ਹੀ ਹਰ ਘਰ ਵਿੱਚ ਪਾਠ ਕਰਦਿਆਂ ਅਤੇ ਹਰ ਗੁਰਦੁਆਰੇ ਵਿੱਚ ਕੀਰਤਨ ਦੇ ਰੂਪ ਦੇ ਵਿੱਚ ਜਦੋਂ ਇਹ ਗਾਇਆ ਜਾਂਦਾ ਹੈ, ਸੋ ਕਿਉਂ ਮੰਦਾ ਆਖੀਐ ਜਿਤ ਜੰਮੈ ਰਾਜਾਨ, ਤਾਂ ਅਸੀਂ ਔਰਤ ਨੂੰ ਹਰ ਰੋਜ਼ ਸਨਮਾਨ ਦੇ ਰਹੇ ਹੁੰਦੇ ਹਾਂ। 8 ਮਾਰਚ 1857 ਵਿੱਚ ਅਮਰੀਕਾ ਦੇ ਨਿਊਯਾਰਕ ਸ਼ਹਿਰ ਵਿੱਚ ਟੈਕਸਟਾਈਲ ਕੰਪਨੀ ਵਿੱਚ ਕੰਮ ਕਰਦੀਆਂ ਔਰਤਾਂ ਸੁਚੇਤ ਹੋਈਆਂ ਅਤੇ ਉਹਨਾਂ ਨੇ ਹੱਕ ਲੈਣ ਲਈ ਪ੍ਰੋਟੈਸਟ ਮਾਰਚ ਕੱਢਿਆ। ਉਹਨਾਂ ਦੀ ਮੰਗ ਸੀ ਤਨਖਾਹਾਂ ਅਤੇ ਕੰਮ ਕਰਨ ਦੇ ਘੰਟਿਆਂ ਨੂੰ ਆਦਮੀਆਂ ਦੇ ਬਰਾਬਰ ਕੀਤਾ ਜਾਵੇ। 20ਵੀਂ ਸਦੀ ਦੇ ਸ਼ੁਰੂ ਵਿੱਚ ਔਰਤਾਂ ਆਪਣੇ ਹੱਕਾਂ ਪ੍ਰਤੀ ਹੋਰ ਵੀ ਸੰਜੀਦਾ ਹੋਣੀਆਂ ਸ਼ੁਰੂ ਹੋ ਗਈਆਂ। ਉਹਨਾਂ ਨੇ ਸਮੂਹਕ ਰੂਪ ਵਿੱਚ ਨਾ ਬਰਾਬਰੀ ਅਤੇ ਸਮਾਜ ਦੇ ਦਬਾਅ ਦੇ ਵਿਰੁੱਧ ਆਵਾਜ਼ ਉਠਾਉਣੀ ਸ਼ੁਰੂ ਕੀਤੀ। 1909 ਵਿੱਚ ਨਿਊਯਾਰਕ ਵਿੱਚ ਫਿਰ ਔਰਤਾਂ ਵੱਲੋਂ ਪ੍ਰੋਟੈਸਟ ਮਾਰਚ ਕੱਢਿਆ ਗਿਆ। ਇਸ ਵਾਰ ਹੋਰ ਮੰਗਾਂ ਦੇ ਨਾਲ ਨਾਲ ਵੋਟ ਦਾ ਹੱਕ ਵੀ ਮੰਗਿਆ ਗਿਆ ਅਤੇ 1909 ਦੇ ਵਿੱਚ ਪਹਿਲੀ ਵਾਰੀ USA ਵਿੱਚ ਵੂਮੈਨ ਡੇ ਮਨਾਇਆ ਗਿਆ। 1910 ਵਿੱਚ ਡੈਨਮਾਰਕ ਦੀ ਰਾਜਧਾਨੀ ਕੋਪਨਹੈਗਨ ਵਿੱਚ ਕੰਮਕਾਜੀ ਔਰਤਾਂ ਦੀ ਅੰਤਰਰਾਸ਼ਟਰੀ ਕਾਨਫਰੰਸ ਹੋਈ, ਜਿਸ ਵਿੱਚ ਸਾਰੇ ਸੰਸਾਰ ਵਿੱਚ ਇਹ ਦਿਨ ਮਨਾਉਣ ਦਾ ਫੈਸਲਾ ਲਿਆ ਗਿਆ ਅਤੇ 1911 ਦੇ ਵਿੱਚ ਇਹ ਪਹਿਲੀ ਵਾਰ ਮਨਾਇਆ ਗਿਆ। ਪਹਿਲਾਂ ਇਹ ਦਿਨ ਫਰਵਰੀ ਵਿੱਚ ਮਨਾਇਆ ਜਾਂਦਾ ਸੀ, ਫਿਰ ਫੈਸਲਾ ਲਿਆ ਗਿਆ ਕਿ ਇਹ 8 ਮਾਰਚ ਨੂੰ ਮਨਾਇਆ ਜਾਵੇ ਅਤੇ ਸੰਨ 1913 ਤੋਂ ਲੈ ਕੇ ਹਰ ਸਾਲ ਇਹ ਦਿਨ 8 ਮਾਰਚ ਨੂੰ ਮਨਾਇਆ ਜਾਂਦਾ ਹੈ ਅਤੇ 1975 ਵਿੱਚ ਸੰਯੁਕਤ ਰਾਸ਼ਟਰ ਨੇ ਵੀ ਇਸ ਦਿਨ ਦੀ ਪ੍ਰਵਾਨਗੀ ਦੇ ਦਿੱਤੀ। ਸਮੁੱਚੇ ਸੰਸਾਰ ਵਿੱਚ 8 ਮਾਰਚ ਵਾਲੇ ਦਿਨ ਔਰਤ ਨੂੰ ਸਨਮਾਨ ਦਿੱਤਾ ਜਾਂਦਾ ਹੈ, ਪਰ ਫਿਰ ਉਸ ਤੋਂ ਬਾਅਦ ਔਰਤ ਨੂੰ ਭੁਲਾ ਦਿੱਤਾ ਜਾਂਦਾ ਹੈ। ਗੁਰੂ ਸਾਹਿਬਾਨ ਦੇ ਦਿੱਤੇ ਸਿਧਾਂਤਾਂ ਅਨੁਸਾਰ ਹਰ ਦਿਨ ਹੀ ਔਰਤ ਦਿਵਸ ਹੈ, ਕਿਉਂਕਿ ਹਰ ਰੋਜ਼ ਹੀ ਔਰਤ ਨੂੰ ਸਨਮਾਨ ਦਿੱਤਾ ਜਾਂਦਾ ਹੈ। ਅੱਜ ਵੂਮੈਨ ਐਮਪਾਵਰਮੈਂਟ ਦੀ ਗੱਲ ਹੋ ਰਹੀ ਹੈ, ਬਹੁਤ ਪ੍ਰਚਾਰ ਕੀਤਾ ਜਾ ਰਿਹਾ ਹੈ, ਪਰ ਗੁਰੂ ਸਾਹਿਬ ਨੇ ਤਾਂ ਔਰਤਾਂ ਨੂੰ ਐਮਪਾਵਰਮੈਂਟ ਅਤੇ ਇੱਜ਼ਤ ਦਾ ਪੱਕਾ ਸਿਧਾਂਤ ਔਰਤਾਂ ਵਾਸਤੇ 15ਵੀਂ ਸਦੀ ਵਿੱਚ ਹੀ ਬਣਾ ਦਿੱਤਾ ਸੀ। ਇਤਿਹਾਸ ਪੜ੍ਹਨ ਤੋਂ ਪਤਾ ਲੱਗਦਾ ਹੈ ਕਿ ਸੰਨ 1500 BC ਵਿੱਚ ਭਾਰਤ ਵਿੱਚ ਆਰੀਆ ਲੋਕ ਆਏ ਤਾਂ ਬ੍ਰਾਹਮਣਵਾਦ ਵੀ ਨਾਲ ਹੀ ਆ ਗਿਆ ਅਤੇ ਬ੍ਰਾਹਮਣਵਾਦ ਦੇ ਵਿੱਚ ਆਪ ਸਭ ਨੂੰ ਪਤਾ ਹੈ ਕਿ ਔਰਤ ਦਾ ਦਰਜਾ ਕਿੰਨਾ ਕੁ ਨੀਵਾਂ ਸੀ। ਕਈ ਸਦੀਆਂ ਤੱਕ ਇੰਝ ਹੀ ਚੱਲਦਾ ਰਿਹਾ। ਸੰਨ 1500 ਵਿੱਚ ਵੀ ਤੁਲਸੀਦਾਸ ਨੇ ਵੀ ਔਰਤਾਂ ਦੀ ਜਾਨਵਰਾਂ ਨਾਲ ਤੁਲਨਾ ਕੀਤੀ ਅਤੇ ਉਹਨਾਂ ਨੂੰ ਤਾੜਨ ਦਾ ਅਧਿਕਾਰੀ ਦੱਸਿਆ। ਹਰ ਸੱਭਿਆਚਾਰ ਵਿੱਚ ਔਰਤ ਉੱਤੇ ਵਧੀਕੀਆਂ ਹੀ ਹੁੰਦੀਆਂ ਰਹੀਆਂ ਅਤੇ ਇਹਨਾਂ ਹੀ ਦਿਨਾਂ ਵਿੱਚ ਗੁਰੂ ਸਾਹਿਬਾਨ ਨੇ ਔਰਤ ਦੇ ਗੁਣਾਂ ਦੀ ਉਸਤਤ ਕੀਤੀ। ਤੁਲਸੀਦਾਸ ਗੁਰੂ ਸਾਹਿਬਾਨ ਦਾ ਸਮਕਾਲੀ ਸੀ। ਗੁਰੂ ਸਾਹਿਬਾਨ ਨੇ ਔਰਤ ਦੇ ਗੁਣਾਂ ਦੀ ਉਸਤਤ ਕਰਕੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਉਸ ਨੂੰ 32 ਸੁਲੱਖਣੀ ਦਾ ਦਰਜਾ ਦਿੱਤਾ। ਔਰਤ ਨੂੰ ਮਰਦ ਦੇ ਬਰਾਬਰ ਦਾ ਦਰਜਾ ਦਿੱਤਾ। ਗੁਰੂ ਗ੍ਰੰਥ ਸਾਹਿਬ ਵਿੱਚ ਔਰਤ ਨੂੰ ਮਾਤਾ ਖੀਵੀ ਜੀ ਦੇ ਰੂਪ ਵਿੱਚ ਨੇਕ ਜਨ ਦੱਸਿਆ ਗਿਆ, ਭਾਵ ਕਿ ਔਰਤ ਨੇਕ ਜਨ ਹੈ। ਇਸ ਤੋਂ ਵੱਡਾ ਸਨਮਾਨ ਔਰਤ ਦਾ ਕੀ ਹੋ ਸਕਦਾ ਹੈ ਕਿ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਗਵਾਹੀ ਭਰੀ ਗਈ ਹੈ ਕਿ ਮਾਤਾ ਖੀਵੀ ਜੀ, ਜੋ ਕਿ ਇੱਕ ਔਰਤ ਦਾ ਰੂਪ ਸਨ, ਉਹ ਨੇਕ ਜਨ ਸਨ। ਗੁਰੂ ਨਾਨਕ ਦੇਵ ਜੀ ਨੇ ਆਸਾ ਦੀ ਵਾਰ ਦੇ ਵਿੱਚ ਇੱਕ ਪੂਰੀ ਪੌੜੀ ਹੀ ਔਰਤ ਦੇ ਸਨਮਾਨ ਵਿੱਚ ਉਚਾਰ ਦਿੱਤੀ। ਉਸ ਪੌੜੀ ਵਿੱਚ ਆਪ ਨੇ ਕਿਹਾ ਹੈ, ਸੋ ਕਿਉਂ ਬੰਦਾ ਆਖੀਐ ਜਿਤ ਜੰਮੈ ਰਾਜਾਨ,
फिर ये भी क्या कि जित मुख सदा सलाई है, भागां रती चार, नानक ते मुख उजले तित सच्चा दरबार। भाव मुख भावें आदमी का होवे जां औरत का, वो तां ही सुहावना है जो परमात्मा की सिफत सलाह विच लगेगा, ਅਤੇ ਤਾਂ ਹੀ ਉਹ ਪ੍ਰਭੂ ਦੀ ਦਰਗਾਹ ਦੇ ਵਿੱਚ ਆਦਤ ਪਾਏਗਾ। ਜੋ ਸਿਫਤ ਸਲਾਹ ਕਰੇਗਾ, ਇਹ ਨਹੀਂ ਹੈ ਕਿ ਆਦਮੀ ਨੂੰ ਹੀ ਜਗ੍ਹਾ ਮਿਲਣੀ ਹੈ ਤੇ ਔਰਤ ਨੂੰ ਨਹੀਂ ਮਿਲਣੀ। ਉਹਨਾਂ ਦਿਨਾਂ ਦੇ ਵਿੱਚ ਸਮਾਜ ਵਿੱਚ ਬੱਚੀ ਦੇ ਜਨਮ ਨੂੰ ਅਫਸੋਸ ਕਰਨ ਵਾਲਾ ਮੌਕਾ ਸਮਝਿਆ ਜਾਂਦਾ ਸੀ। ਪਰ ਗੁਰੂ ਸਾਹਿਬਾਨ ਦੇ ਸਿਧਾਂਤ ਕੀ ਕਹਿੰਦੇ ਨੇ? ਇਹਨਾਂ ਸਿਧਾਂਤਾਂ ਨੂੰ ਭਾਈ ਗੁਰਦਾਸ ਜੀ ਨੇ ਵਿਸਤਾਰ ਵਿੱਚ ਵਰਣਨ ਕੀਤਾ ਹੈ। ਉਹਨਾਂ ਨੇ ਕਿਹਾ ਹੈ ਕਿ ਔਰਤਾਂ ਦਾ ਪੇਕੇ ਘਰ ਵਿੱਚ ਸਥਾਨ ਇੰਝ ਹੈ, ਪੇਵ ਕੜੇ ਘਰ ਲਾਡਲੀ, ਮਾਊ ਪੀਊ ਖਰੀ ਪਿਆਰੀ। ਪੇਵ ਕੜੇ ਘਰ ਲਾਡਲੀ, ਮਾਊ ਪੀਊ ਖਰੀ ਪਿਆਰੀ, ਵਿੱਚ ਭਰਾਵਾਂ ਭੈਣੜੀ, ਨਾਨਕ ਦਾਦਕ ਸਭ ਪਰਵਾਰੀ। ਫਿਰ ਸਹੁਰੇ ਘਰ ਵਿੱਚ ਉਹਦਾ ਕੀ ਸਥਾਨ ਦੱਸਿਆ ਹੈ? ਸਾਹੁਰੜੇ ਘਰ ਮੰਨੀਐ, ਸਨ ਖੱਤੀ ਪਰਿਵਾਰ ਸੁਧਾਰੀ। ਸੁਖ ਮਾਨੈ ਪਿਰ ਸੇਜੜੀ, ਛੱਤੀ ਭੋਜਨ ਸਦਾ ਸਿੰਗਾਰੀ। ਧਾਰਮਿਕ ਖੇਤਰ ਵਿੱਚ ਸਥਾਨ ਦੱਸਦਿਆਂ ਹੋਇਆਂ ਇਹ ਕਿਹਾ ਹੈ, ਲੋਕ ਵੇਦ ਗੁਣ ਗਿਆਨ ਵਿੱਚ ਅਰਧ ਸਰੀਰੀ ਮੋਖ ਦੁਆਰੀ। ਅਰਧ ਸਰੀਰੀ ਭਾਵ ਔਰਤ, ਜੋ ਕਿ ਪਾਪੂਲੇਸ਼ਨ ਦਾ ਅੱਧਾ ਹਿੱਸਾ ਹੈ, ਅਰਧ ਸਰੀਰੀ ਮੋਖ ਦੁਆਰੀ, ਮੁਕਤ ਦੀ ਦੁਆਰੀ ਹੈ। ਆਦਮੀ ਦਾ ਵੀ ਅਰਧੰਗੀ ਹੈ ਅਤੇ ਪਾਪੂਲੇਸ਼ਨ ਦੇ ਵਿੱਚ ਵੀ 50% ਹਿੱਸਾ ਹੈ, ਉਹ ਮੋਖ ਦਾ ਦੁਆਰ ਹੈ। ਔਰਤ ਦੀ ਸਿਆਣਪ ਬਾਰੇ ਦੱਸਦਿਆਂ ਇੰਝ ਕਿਹਾ ਹੈ, ਗੁਰਮੁਖ ਸੁਖ ਫਲ ਨਿਹਚੋ ਨਾਰੀ। ਗੁਰੂ ਗ੍ਰੰਥ ਸਾਹਿਬ ਵਿੱਚ ਔਰਤ ਦੀ ਸਿਆਣਪ ਦੀ ਕਦਰ ਕਰਦਿਆਂ ਉਸ ਨੂੰ 32 ਸੁਲੱਖਣੀ ਕਹਿ ਕੇ ਮਾਨ ਦਿੱਤਾ ਗਿਆ ਹੈ ਅਤੇ ਇਹ ਅਧਿਕਾਰ ਵੀ ਦਿੱਤਾ ਗਿਆ ਹੈ ਕਿ ਉਹ ਦੇਵਰ ਨੂੰ ਤਾਂ ਕੀ, ਜੇਠ ਨੂੰ ਵੀ ਮੱਤ ਦੇਣ ਦੇ ਸਮਰੱਥ ਹੈ। ਗੁਰੂ ਸਾਹਿਬ ਨੇ ਸਿਰਫ ਸਨਮਾਨ ਹੀ ਨਹੀਂ ਕੀਤਾ, ਸਗੋਂ ਔਰਤ ਦੀ ਸਥਿਤੀ ਨੂੰ ਸੁਧਾਰਨ ਲਈ ਅਮਲੀ ਕਾਰਜ ਕੀਤੇ। ਗੁਰੂ ਨਾਨਕ ਦੇਵ ਜੀ ਨੇ ਔਰਤ ਵਿਰੋਧੀ ਮਾਨਤਾਵਾਂ ਜਿਵੇਂ ਕਿ ਸਿਰਨਾਵਨੀ, ਸੂਤਕ ਅਤੇ ਪਾਤਕ ਦੀ ਭਿੱਟ ਦਾ ਵਹਿਮ ਸਮਾਜ ਵਿੱਚੋਂ ਮਿਟਾਇਆ। ਬੜਾ ਸੰਗਤ ਕਾਇਮ ਕਰਕੇ ਔਰਤ ਨੂੰ ਮਾਨ ਬਖਸ਼ਿਆ। ਔਰਤ ਨੂੰ ਆਪਣੇ ਸੱਜੇ ਪਾਸੇ ਬੈਠਣ ਦਾ ਮਾਨ ਦਿੱਤਾ। ਗੁਰੂ ਅਮਰਦਾਸ ਜੀ ਨੇ ਉਸ ਸਮੇਂ ਪ੍ਰਚਲਿਤ ਸਤੀ ਪ੍ਰਥਾ, ਪਰਦੇ ਦੀ ਪ੍ਰਥਾ, ਬਾਲ ਵਿਆਹ, ਕੁੜੀ ਮਾਰਨ ਦੀ ਪ੍ਰਥਾ ਆਦਿ ਗਲਤ ਸਮਾਜਿਕ ਰਿਵਾਜਾਂ ਉੱਤੇ ਪੱਕੀ ਰੋਕ ਲਗਾ ਦਿੱਤੀ। ਵਿਧਵਾ ਨੂੰ ਦੂਸਰੇ ਵਿਆਹ ਦੀ ਇਜਾਜ਼ਤ ਦੇ ਦਿੱਤੀ। ਔਰਤ ਨੂੰ ਮੰਜੀ ਉੱਤੇ ਬਿਠਾ ਕੇ ਪ੍ਰਚਾਰ ਕਰਨ ਵਿੱਚ ਵੀ ਲਗਾਇਆ। ਮਰਦਾਂ ਵਾਂਗ ਔਰਤ ਪ੍ਰਚਾਰਕ ਕੇਂਦਰਾਂ ਦੀ ਮੁਖੀ ਵੀ ਬਣਾਈ ਗਈ, ਭਾਵ ਕਿ ਔਰਤ ਨੂੰ ਫਰਸ਼ ਤੋਂ ਚੁੱਕ ਕੇ ਅਰਸ਼ ਤੱਕ ਪਹੁੰਚਾਇਆ। ਜਿਨ੍ਹਾਂ ਦਿਨਾਂ ਵਿੱਚ ਔਰਤ ਦਾ ਕਾਰਜ ਖੇਤਰ ਸਿਰਫ ਘਰ ਦੀ ਚਾਰ ਦੀਵਾਰੀ ਤੱਕ ਹੀ ਸੀਮਤ ਸੀ, ਉਦੋਂ ਗੁਰੂ ਅੰਗਦ ਦੇਵ ਜੀ ਨੇ ਮਾਤਾ ਖੀਵੀ ਜੀ ਨੂੰ ਲੰਗਰ ਦਾ ਇੰਚਾਰਜ ਬਣਾ ਕੇ ਔਰਤ ਨੂੰ ਘਰ ਦੀ ਚਾਰ ਦੀਵਾਰੀ ਤੋਂ ਬਾਹਰ ਕੱਢਿਆ ਅਤੇ ਸਮਾਜ ਸੇਵਾ ਦਾ ਮੌਕਾ ਦਿੱਤਾ। ਗੁਰੂ ਹਰਰਾਏ ਸਾਹਿਬ ਜੀ ਨੇ ਆਪਣੀ ਪੁੱਤਰੀ ਬੀਬੀ ਰੂਪ ਕੌਰ ਜੀ ਨੂੰ ਵਿਦਿਆ ਵਿੱਚ ਨਿਪੁੰਨ ਕੀਤਾ। ਫਲਸਰੂਪ ਉਹ ਇੱਕ ਲਿਖਾਰੀ ਬਣੀ। ਉਸਨੇ ਇੱਕ ਕਿਤਾਬ ਲਿਖੀ ਜਿਸ ਦਾ ਵਿਸ਼ਾ ਹੈ ਗੁਰੂ ਬਾਬੇ ਕੇ ਮੋਹੇ ਕੀਆਂ ਸਾਖੀਆਂ। ਔਰਤ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਮਰਦਾਂ ਦੇ ਬਰਾਬਰ ਅੰਮ੍ਰਿਤ ਛਕਣ ਦਾ ਅਧਿਕਾਰ ਦਿੱਤਾ। ਸਿਰਫ ਅਧਿਕਾਰੀ ਹੀ ਨਹੀਂ ਬਣਾਇਆ, ਸਗੋਂ ਇੱਕ ਔਰਤ ਦੇ ਰੂਪ ਵਿੱਚ ਮਾਤਾ ਸਾਹਿਬ ਕੌਰ ਜੀ ਨੂੰ ਅੰਮ੍ਰਿਤ ਤਿਆਰ ਕਰਨ ਦੇ ਵਿੱਚ ਹਿੱਸਾ ਪਾਉਣ ਦਾ ਵੀ ਮੌਕਾ ਦਿੱਤਾ। ਮਾਤਾ ਸੁੰਦੀ ਜੀ ਨੇ ਗੁਰੂ ਸਾਹਿਬਾਨ ਤੋਂ ਬਾਅਦ 40 ਸਾਲ ਪੰਥ ਦੀ ਜੋ ਸੁਚੱਜੀ ਅਗਵਾਈ ਕੀਤੀ, ਉਸ ਤੋਂ ਸਭ ਕੋਈ ਜਾਣੂ ਹੈ। ਬੰਦਈ ਖਾਲਸਾ ਅਤੇ ਤੱਤ ਖਾਲਸੇ ਦੇ ਝਗੜੇ ਦਾ ਵੀ ਨਿਬੇੜਾ ਉਹਨਾਂ ਨੇ ਹੀ ਕਰਵਾਇਆ। ਭਾਵ ਗੁਰੂ ਸਾਹਿਬਾਨ ਨੇ ਔਰਤਾਂ ਨੂੰ ਸੁਚੇਤ ਕਰਕੇ ਜ਼ਿੰਦਗੀ ਦੇ ਹਰ ਖੇਤਰ ਵਿੱਚ ਸ਼ਾਮਲ ਹੋਣ ਦੀ ਪ੍ਰੇਰਨਾ ਦਿੱਤੀ ਅਤੇ ਉਹਨਾਂ ਨੂੰ ਸ਼ਾਮਲ ਵੀ ਕਰਵਾਇਆ। 15ਵੀਂ ਸਦੀ ਵਿੱਚ ਹੀ ਔਰਤ ਨੂੰ ਹਰ ਖੇਤਰ ਦੇ ਵਿੱਚ ਸ਼ਾਮਲ ਕਰਾ ਕੇ ਆਪਣਾ ਭਾਗੀਦਾਰ ਬਣਾਇਆ।
ਸਾਡੇ ਵਿਦਵਾਨਾਂ ਨੇ ਵੀ ਔਰਤ ਨੂੰ ਬੰਦਾ ਮਾਨ ਦਿੱਤਾ ਹੈ। ਭਾਈ ਵੀਰ ਸਿੰਘ ਜੀ ਨੇ ਇਤਿਹਾਸਕ ਨਾਵਲ ਲਿਖੇ ਸੁੰਦਰੀ ਅਤੇ ਸਤਵੰਤ ਕੌਰ ਆਦਿਕ, ਜਿਸ ਵਿੱਚ ਉਹਨਾਂ ਨੇ ਔਰਤਾਂ ਦੇ ਵਿਅਕਤੀਤਵ ਨੂੰ ਚੰਗੀ ਤਰ੍ਹਾਂ ਨਿਖਾਰਿਆ ਹੈ। ਪ੍ਰੋਫੈਸਰ ਪੂਰਨ ਸਿੰਘ ਜੀ ਨੇ ਮਰਦ ਨੂੰ ਵੰਗਾਰਿਆ ਹੈ। ਉਸ ਨੂੰ ਕਿਹਾ ਹੈ ਕਿ ਔਰਤ ਨੂੰ ਇੱਕ ਵਸਤੂ ਨਾ ਸਮਝੋ ਅਤੇ ਸਮਾਜ ਨੂੰ ਲਾਹਨਤ ਪਾਈ। ਇੱਕ ਨਵਾਂ ਸਮਾਜ ਸਿਰਜਣ ਦੀ ਪ੍ਰੇਰਨਾ ਦਿੱਤੀ, ਜਿੱਥੇ ਔਰਤ ਅਤੇ ਮਰਦ ਦੀ ਬਰਾਬਰੀ ਦਾ ਸੁਨੇਹਾ ਦਿੱਤਾ ਅਤੇ ਕਿਹਾ ਕਿ ਔਰਤ ਅਤੇ ਮਰਦ ਦੀ ਬਰਾਬਰੀ ਰੱਬੀ ਕਾਨੂੰਨ ਹਨ। ਸਾਡੇ ਗੁਰੂਆਂ ਨੇ ਸਾਨੂੰ ਔਰਤਾਂ ਨੂੰ ਬੜੀ ਉੱਚੀ ਪਦਵੀ ਦਿੱਤੀ ਹੈ। ਕੀ ਸਾਡਾ ਵੀ ਕੋਈ ਫਰਜ਼ ਨਹੀਂ ਬਣਦਾ ਕਿ ਅਸੀਂ ਗੁਰੂ ਸਾਹਿਬਾਨ ਦੀਆਂ ਉਮੀਦਾਂ ਉੱਤੇ ਪੂਰੇ ਉਤਰੀਏ? ਅੱਜ ਔਰਤ ਹਰ ਖਿੱਤੇ ਵਿੱਚ ਅੱਗੇ ਹੋ ਕੇ ਕੰਮ ਕਰ ਰਹੀ ਹੈ। ਆਓ ਜ਼ਰਾ ਸਮਝਣ ਦੀ ਕੋਸ਼ਿਸ਼ ਕਰੀਏ ਕਿ ਇੱਕ ਕਾਰਜਕਾਰੀ ਔਰਤ ਦੇ ਕੀ ਫਰਜ਼ ਹਨ। ਫਰਜ਼ਾਂ ਦਾ ਜ਼ਿਕਰ ਕਰਨਾ ਬਹੁਤ ਜ਼ਰੂਰੀ ਹੈ। ਸਿੱਖ ਔਰਤ ਸਮਾਜਕ, ਸੱਭਿਆਚਾਰਕ, ਅਧਿਆਤਮਕ, ਸਦਾਚਾਰਕ ਅਤੇ ਰਾਜਨੀਤਿਕ ਤੌਰ 'ਤੇ ਸਭ ਤੋਂ ਅਮੀਰ ਵਿਰਸੇ ਦੀ ਮਾਲਕ ਹੈ। ਰੁਤਬੇ ਦੀ ਉੱਚਤਾ, ਹਰ ਕਿਸਮ ਦੀ ਆਜ਼ਾਦੀ, ਘਰ ਵਿੱਚ ਅਤੇ ਘਰ ਤੋਂ ਬਾਹਰ ਇੱਜ਼ਤ, ਅਸਲੀ ਸੁੰਦਰਤਾ, ਸਭ ਤੋਂ ਵਧੀਆ ਸ਼ਿੰਗਾਰ ਅਤੇ ਸੋਹਣਾ ਲਿਬਾਸ ਸਾਡੇ ਵਿਰਸੇ ਨੇ ਸਾਡੀ ਝੋਲੀ ਪਾਇਆ ਹੈ। ਔਰਤ ਨੂੰ ਪੈਰ ਦੀ ਜੁੱਤੀ ਦੇ ਸਥਾਨ ਤੋਂ ਚੁੱਕ ਕੇ ਪ੍ਰਭੂ ਦੀ ਸੇਜ ਉੱਤੇ ਬਿਠਾਇਆ ਹੈ। ਅੱਜ ਔਰਤ ਹਰ ਖੇਤਰ ਵਿੱਚ ਗਤੀਸ਼ੀਲਤਾ ਹੈ, ਪਰ ਇਹ ਆਪਣਾ ਵਿਰਸਾ ਗਵਾ ਰਹੀ ਹੈ। ਕਿਤੇ ਇਹ ਫਿਰ ਉਸੇ ਹੀ ਹਨੇਰੇ ਖੂਹ ਵਿੱਚ ਨਾ ਗਿਰ ਜਾਵੇ ਜਿੱਥੋਂ ਇਸ ਨੂੰ ਗੁਰੂ ਸਾਹਿਬ ਨੇ ਕੱਢਿਆ ਸੀ। ਸਾਨੂੰ ਸੁਚੇਤ ਹੋਣ ਦੀ ਲੋੜ ਹੈ, ਵਿਰਸਾ ਸੰਭਾਲਣ ਦੀ ਲੋੜ ਹੈ। ਵਿਰਸਾ ਸੰਭਾਲਣ ਲਈ ਆਪਣੀ ਮੱਤ ਨੂੰ ਗੁਰੂ ਦੀ ਮੱਤ ਨਾਲ ਮਿਲਾਉਣ ਦੀ ਲੋੜ ਹੈ। ਜਦੋਂ ਔਰਤ ਨੇ ਕਿੱਤੇ ਦੀ ਚੋਣ ਕਰਨੀ ਹੈ, ਕਿਉਂਕਿ ਕਾਰਜਕਾਰੀ ਔਰਤ ਦੀ ਗੱਲ ਕਰ ਰਹੇ ਹਾਂ, ਜਦੋਂ ਉਹਨੇ ਕਿੱਤੇ ਦੀ ਚੋਣ ਕਰਨੀ ਹੈ ਤਾਂ ਉਸ ਦੀ ਚੋਣ ਗੁਰਮਤ ਮੁਤਾਬਕ ਹੋਣੀ ਚਾਹੀਦੀ ਹੈ। ਜੇ ਇਹ ਚੋਣ ਉਹ ਗੁਰਮਤ ਤੋਂ ਸੇਧ ਲੈ ਕੇ ਕਰੇਗੀ ਤਾਂ ਉਹ ਬਿਊਟੀ ਪਾਰਲਰ ਵਿੱਚ ਕੰਮ ਨਹੀਂ ਕਰੇਗੀ, ਉਹ ਬਾਰ ਵਿੱਚ ਕੰਮ ਨਹੀਂ ਕਰੇਗੀ, ਲੱਚਰ ਗੀਤ ਨਹੀਂ ਗਾਏਗੀ। ਕਿੱਤਾ ਕੋਈ ਵੀ ਹੋਵੇ ਨੀਵਾਂ ਨਹੀਂ ਹੁੰਦਾ, ਬਸ਼ਰਤੇ ਕਿ ਕਿਰਤ ਕਰਦੇ ਹੋਏ ਅਸੀਂ ਯਾਦ ਰੱਖੀਏ ਕਿ ਖਰਚ ਬਨ ਚੰਗਿਆਈਆਂ। ਕਿਉਂ ਚੰਗਿਆਈਆਂ ਬਣਨੀਆਂ ਨੇ? ਤਾਂ ਕਿ ਛੁੱਟੈ ਸੱਚ ਕਮਾਏ। ਕਾਰਜ ਖੇਤਰ ਉੱਤੇ ਜਾਣ ਲਈ ਕੁੜੀਆਂ ਬੜੀ ਤਿਆਰ ਹੁੰਦੀਆਂ ਹਨ, ਸੋਹਣੇ ਸੋਹਣੇ ਕੱਪੜੇ ਪਾਉਂਦੀਆਂ ਹਨ, ਸ਼ਿੰਗਾਰ ਕਰਦੀਆਂ ਹਨ। ਤਾਂ ਸਿੱਖ ਔਰਤ ਨੂੰ ਜਾਂ ਔਰਤ ਨੂੰ ਸਮੁੱਚੇ ਤੌਰ 'ਤੇ ਗੁਰੂ ਸਾਹਿਬ ਦਾ ਕੀ ਸੁਨੇਹਾ ਹੈ ਕਿ ਕਾਰਜ ਖੇਤਰ ਉੱਤੇ ਜਾਣ ਤੋਂ ਪਹਿਲਾਂ ਗੁਨਾ ਰੂਪੀ ਰੇਸ਼ਮ ਦੇ ਕੱਪੜੇ ਪਹਿਨੋ, ਇਨਸਾਨੀ ਕਦਰਾਂ ਕੀਮਤਾਂ ਦਾ ਲਿਬਾਸ ਪਹਿਨੋ। ਲਿਬਾਸ ਐਸਾ ਹੋਵੇ ਕਿ ਗ੍ਰੇਸ ਬਣੀ ਰਹੇ ਪਰ ਦੇਖਣ ਨੂੰ ਮਾੜਾ ਨਾ ਲੱਗੇ। ਪਹਿਰਾਵਾ ਚੁਸਤ ਤਾਂ ਹੋਵੇ ਪਰ ਕਾਮ ਉਕਸਾਊ ਨਾ ਹੋਵੇ। ਸਿਫਤ ਸ਼ਰਮ का कपड़ा मांगो, सत संतोख दया धर्म ਦਾ ਸ਼ਿੰਗਾਰ ਕਰੀਏ। ਚੱਲਣ ਫਿਰਨ ਦਾ ਤਰੀਕਾ ਠੀਕ ਹੋਵੇ, ਬੋਲਣ ਤੋਂ ਪਹਿਲਾਂ ਸੋਚੀਏ। ਪੰਜਾਬੀ ਬੋਲੀਏ ਪਰ ਭਾਸ਼ਾਵਾਂ ਸਾਰੀਆਂ ਸਿੱਖੀਏ। ਜੇ ਇੱਕ ਔਰਤ ਵਪਾਰੀ ਹੈ ਤਾਂ ਉਹਦੇ ਲਈ ਕੀ ਸਿੱਖਿਆ ਹੈ? ਕੋਈ ਵੀ ਸੌਦਾ ਕਰਨ ਤੋਂ ਪਹਿਲਾਂ ਵਿਚਾਰ ਕਰੋ। ਪਹਿਲਾਂ ਵਸਤ ਸਿੰਜਾਨ ਕੇ ਤਾਂ ਕੀਚੈ ਵਪਾਰ। ਸੱਚਾ ਸੌਦਾ ਕਰੇ, ਸੱਚ ਵਖਰ ਸੱਚ ਰਾਸ। ਅਧਿਆਪਕ ਲਈ ਕੀ ਸਿੱਖਿਆ ਹੈ? ਵਿਦਿਆ ਵਿਚਾਰੀ ਤਾਂ ਪਰਉਪਕਾਰੀ। ਫਿਰ ਪਾਂਧਾ ਗੁਰਮੁਖ ਆਖੀਐ ਚਾਟੜਿਆ ਮੱਤ ਦੇ। ਪਾਂਧੇ ਦਾ ਕੀ ਕੰਮ ਹੈ ਕਿ ਉਹਨੇ ਆਪਣੇ ਸਟੂਡੈਂਟਸ ਨੂੰ ਮੱਤ ਦੇਣੀ ਹੈ। ਮੱਤ ਅਜਿਹੀ ਦੇਵੇ ਕਿ ਉਹ ਨਸ਼ਿਆਂ ਤੋਂ ਦੂਰ ਰਹਿਣ, ਆਪਣਾ ਆਚਰਨ ਠੀਕ ਰੱਖਣ, ਚੰਗੇ ਕੰਮ ਕਰਨ, ਪਰਉਪਕਾਰ ਕਰਨ, ਬੁਰੀ ਸੰਗਤ ਤੋਂ ਦੂਰ ਰਹਿਣ। ਜੇ ਕੋਈ ਔਰਤ ਆਗੂ ਹੈ ਤਾਂ ਗੁਰੂ ਜੀ ਨੇ ਸੁਚੇਤ ਕਰਦਿਆਂ ਹੋਇਆਂ ਕਿਹਾ ਹੈ ਕਿ ਕਿਤੇ ਐਸਾ ਨਾ ਹੋਵੇ ਕਿ ਮੁੱਠਾ ਆਪ ਮੁਹਾਏ ਸਾਥੇ, ਨਾਨਕ ਐਸਾ ਆਗੂ ਜਾਪੇ। ਜੇ ਕੋਈ ਔਰਤ ਡਾਕਟਰ ਹੈ ਜਾਂ ਨਰਸ ਹੈ ਤਾਂ ਉਸ ਨੂੰ ਸੇਵਾ ਕਰਨ ਦਾ ਮੌਕਾ ਤਾਂ ਮਿਲ ਹੀ ਜਾਂਦਾ ਹੈ, ਤਾਂ ਉਹ ਹੱਥੀਂ ਸੇਵਾ ਕਰਨ ਵਿੱਚ ਖੁਸ਼ੀ ਮਹਿਸੂਸ ਕਰੇ। ਵਿੱਚ ਦੁਨੀਆ ਸੇਵ ਕਮਾਈਏ ਤਾਂ ਦਰਗਹਿ ਬੈਸਣ ਪਾਈਏ। ਜੇ ਉਹ ਜਰਨਲਿਸਟ ਜਾਂ ਲਿਖਾਰੀ ਹੈ ਤਾਂ ਧੰਨ ਲਿਖਾਰੀ ਨਾਨਕਾ ਪਿਆਰੇ,
ਸਾਚ ਲਿਖੇ ਉਤਾਰ। ਜੇ ਉਹ ਨੌਕਰੀ ਕਰਦੀ ਹੈ ਤਾਂ ਕਿਆ ਹੈ ਲਾਏ ਚਿੱਤ ਘਰ ਚਾਕਰੀ। ਬੱਧਾ ਚੱਟੀ ਜੋ ਕਰੇ ਨਾ ਗੁਣ ਨਾ ਉਪਕਾਰ। ਜੇ ਉਹ ਐਡਮਿਨਿਸਟ੍ਰੇਟਰ ਹੈ ਤਾਂ ਆਪਣੇ ਤੋਂ ਛੋਟਿਆਂ ਉੱਤੇ ਵਾਧੂ ਦਾ ਰੋਹ ਵੀ ਨਾ ਪਾਈ ਜਾਵੇ। ਗੁਰਬਾਣੀ ਕਹਿੰਦੀ ਹੈ ਹੁਕਮ ਕਰੈ ਮੂਰਖ ਗਵਾਰ। ਜੇ ਉਸਨੂੰ ਰਾਜ ਕਰਨ ਦਾ ਮੌਕਾ ਮਿਲੇ ਤਾਂ ਉਸ ਦੇ ਲਈ ਸਿੱਖਿਆ ਹੈ ਕਿ ਰਾਜਾ ਤਖਤ ਟਿਕੈ ਗੁਣੀ। ਕਾਰਜਕਾਰੀ ਔਰਤ ਕੋਲ ਮਾਇਆ ਤਾਂ ਆ ਹੀ ਜਾਂਦੀ ਹੈ ਅਤੇ ਮਾਇਆ ਉਹ ਸਿਰਫ ਆਪਣੇ ਉੱਤੇ ਹੀ ਨਾ ਵਰਤੇ, ਸਗੋਂ ਸਮਾਜ ਸੇਵਾ ਵਿੱਚ ਲਾਵੇ, ਆਪਣਾ ਦਸਵੰਧ ਕੱਢੇ। ਕੰਮ ਕਾਜੀ ਔਰਤ ਨੂੰ ਕਈ ਤਰ੍ਹਾਂ ਦੇ ਲੋਕਾਂ ਵਿੱਚ ਵਿਚਰਨਾ ਪੈਂਦਾ ਹੈ ਅਤੇ ਉਸ ਨੂੰ ਆਪਣਾ ਸਰੂਪ ਅਤੇ ਕੰਮ ਗੁਰੂ ਆਸ਼ੇ ਮੁਤਾਬਕ ਰੱਖਣੇ ਚਾਹੀਦੇ ਹਨ। ਜੇ ਉਹ ਅਜਿਹਾ ਕਰਦੀ ਹੈ ਤਾਂ ਬਿਨਾਂ ਵੀ ਇੱਕ ਲਫ਼ਜ਼ ਬੋਲਣ ਦੇ ਉਹ ਪ੍ਰਚਾਰ ਕਰ ਰਹੀ ਹੁੰਦੀ ਹੈ ਅਤੇ ਦੂਜਿਆਂ ਨੂੰ ਪ੍ਰੇਰ ਸਕਦੀ ਹੈ। ਉਹ ਆਪ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹੇ, ਕਿਉਂਕਿ ਕੰਮ ਕਾਜੀ ਔਰਤ ਨੂੰ ਕਈ ਤਰ੍ਹਾਂ ਦਾ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਪਰ ਸਾਡੇ ਸਿਧਾਂਤ ਹਨ ਕਿ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹਿਣਾ ਹੈ, ਹਾਲਾਤ ਕੁਝ ਵੀ ਹੋਣ। ਵਿਹਲੇ ਸਮੇਂ ਵਿੱਚ ਕੁਝ ਨਾ ਕੁਝ ਸੇਵਾ ਜ਼ਰੂਰ ਕਰਨੀ ਚਾਹੀਦੀ ਹੈ। ਕੁਛ ਇੱਕ ਸੇਵਾਵਾਂ ਦਾ ਮੈਂ ਜ਼ਿਕਰ ਇੱਥੇ ਕਰ ਦਿੰਦੀ ਹਾਂ, ਜਿਹੜੀਆਂ ਕਿ ਆਪਣੀ ਆਪਣੀ ਕਾਬਲੀਅਤ ਦੇ ਮੁਤਾਬਕ ਹਰ ਕੰਮਕਾਜੀ ਔਰਤ ਕਰ ਸਕਦੀ ਹੈ। ਗੁਰਮਤਿ ਅਤੇ ਪੰਜਾਬੀ ਦੀਆਂ ਕਲਾਸਾਂ ਲੈਣਾ, ਅਨਾਥ ਆਸ਼ਰਮ ਅਤੇ ਬਿਰਧ ਆਸ਼ਰਮ ਵਿੱਚ ਜਾ ਕੇ ਸੇਵਾ ਕਰਨਾ, ਕੋੜੀਆਂ ਦੀ ਸੇਵਾ ਕਰਨੀ, ਟਰਮੀਨਲ ਬਿਮਾਰ ਮਰੀਜ਼ਾਂ ਦੀ ਸੇਵਾ ਕਰਨੀ ਅਤੇ ਢਾਰਸ ਦੇਣਾ ਆਦਿਕ ਕੁਝ ਅਜਿਹੇ ਖੇਤਰ ਹਨ ਜਿੱਥੇ ਧਨ ਅਤੇ ਤਨ ਦੋਨਾਂ ਨਾਲ ਸੇਵਾ ਕੀਤੀ ਜਾ ਸਕਦੀ ਹੈ। ਗੁਰਮਤਿ ਕ੍ਰਚ ਖੋਲ੍ਹੇ ਜਾਣ, ਪ੍ਰੀ ਸਕੂਲ ਬਣਾਏ ਜਾਣ ਤਾਂ ਕਿ ਸਾਡੀ ਆਉਣ ਵਾਲੀ ਪੀੜ੍ਹੀ ਵਿਰਸੇ ਨਾਲ ਜੁੜ ਸਕੇ। ਇੱਕ ਪੜ੍ਹੀ ਲਿਖੀ ਔਰਤ ਸੁਚੱਜੇ ਢੰਗ ਨਾਲ ਆਧੁਨਿਕ ਤਕਨੀਕ ਵਰਤ ਕੇ ਵਿਰਸਾ ਸੰਭਾਲਣ ਵਿੱਚ ਯੋਗਦਾਨ ਪਾ ਸਕਦੀ ਹੈ। ਅੱਜ ਜੋ ਥੀਮ ਹੈ ਇੰਟਰਨੈਸ਼ਨਲ ਵੂਮਨ ਡੇ ਦਾ, ਉਹ ਹੈ ਇੰਸਪੀਰੇਸ਼ਨ ਐਂਡ ਇਨਵੋਲਵਮੈਂਟ। ਆਓ ਅਸੀਂ ਵੀ ਇੰਸਪੀਰੇਸ਼ਨ ਲਈਏ, ਦੂਜਿਆਂ ਨੂੰ ਇੰਸਪੀਰੇਸ਼ਨ ਦੇਈਏ ਅਤੇ ਵੱਖ-ਵੱਖ ਕਿੱਤਿਆਂ ਅਤੇ ਖਿੱਤਿਆਂ ਵਿੱਚ ਆਪ ਇਨਕਲੂਡ ਹੋਈਏ ਅਤੇ ਦੂਜਿਆਂ ਨੂੰ ਵੀ ਇਨਕਲੂਡ ਕਰੀਏ, ਤਾਂ ਕਿ ਰਲ ਮਿਲ ਕੇ ਸਮੂਹਕ ਤੌਰ 'ਤੇ ਅਸੀਂ ਔਰਤ ਦੇ ਵਾਸਤੇ ਕੁਛ ਕਰਨ ਦੇ ਸਮਰੱਥ ਹੋ ਸਕੀਏ। ਆਓ ਹੰਭਲਾ ਮਾਰੋ, ਇਸ ਕੰਮ ਵਿੱਚ ਜੁਟ ਜਾਓ। ਜੇ ਅਸੀਂ ਅਜਿਹਾ ਕਰਾਂਗੇ ਤਾਂ ਹੀ ਅਸੀਂ ਇੱਕ ਐਸੀ ਦੁਨੀਆ ਦੀ ਸਿਰਜਣਾ ਕਰ ਸਕਾਂਗੇ ਜਿੱਥੇ ਹਰ ਇੱਕ ਨੂੰ ਬਰਾਬਰ ਹੱਕ ਅਤੇ ਇੱਜ਼ਤ ਮਿਲੇਗੀ ਅਤੇ ਲਿੰਗ ਆਧਾਰਿਤ ਨਾ ਬਰਾਬਰੀ ਖਤਮ ਹੋ ਜਾਵੇਗੀ। ਇਹ ਹੀ ਮੇਰਾ ਔਰਤ ਦਿਵਸ ਦੇ ਉੱਤੇ ਆਪ ਸਭ ਨੂੰ ਅੱਜ ਦਾ ਸੁਨੇਹਾ ਹੈ। ਆਸ ਕਰਦੀ ਹਾਂ ਕਿ ਆਪ ਮੇਰੀਆਂ ਗੱਲਾਂ ਵੱਲ ਧਿਆਨ ਕਰਕੇ ਕੁਛ ਨਾ ਕੁਛ ਇੰਸਪਾਇਰ ਹੋਵੋਗੇ ਅਤੇ ਕੁਛ ਨਾ ਕੁਛ ਆਪਣਾ ਯੋਗਦਾਨ ਜ਼ਰੂਰ ਪਾਓਗੇ। ਸਤਿ ਸ੍ਰੀ ਅਕਾਲ।